ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਸਾਡੇ ਇਸ ਚੈਨਲ ਉੱਪਰ। ਪੰਜਾਬੀ ਵਿਆਕਰਨ ਦੇ ਅੰਤਰਗਤ ਅਸੀਂ ਗੱਲ ਕਰ ਰਹੇ ਸੀਗੇ ਜੀ ਸ਼ਬਦ ਸ਼੍ਰੇਣੀਆਂ ਬਾਰੇ, ਅਤੇ ਅੱਜ ਅਸੀਂ ਗੱਲ ਕਰਨੀ ਹੈ ਜੀ ਕਿਰਿਆ ਬਾਰੇ ਕਿ ਕਿਰਿਆ ਕੀ ਹੁੰਦੀ ਹੈ ਅਤੇ ਇਹਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਨੇ। ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਆਪਾਂ ਪਰਿਭਾਸ਼ਾ ਕਿ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ ਉਹ ਕਿਰਿਆ ਅਖਵਾਉਂਦੀ ਹੈ। ਜਿਵੇਂ ਮੁੰਡਾ ਰੋਟੀ ਖਾਂਦਾ ਹੈ, ਰਾਮ ਫੁੱਟਬਾਲ ਖੇਡਦਾ ਹੈ, ਨਦੀ ਵਗਦੀ ਹੈ, ਬੱਚਾ ਸਕੂਲ ਜਾਂਦਾ ਹੈ। ਤਾਂ ਇੱਥੇ ਹੁਣ ਜਿਵੇਂ ਖਾਂਦਾ, ਖੇਡਦਾ, ਵਗਣਾ ਜਾਂ ਜਾਣਾ, ਇਹ ਸਾਰੇ ਸ਼ਬਦ ਜਿਹੜੇ ਇਹ ਕਿਰਿਆ ਨੇ। ਅਤੇ ਨਾਲ ਇਹਨਾਂ ਦੇ ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਹੈ ਲੱਗਿਆ ਹੋਇਆ ਜਾਂ ਫਿਰ ਸੀ ਲੱਗਿਆ ਹੋਇਆ ਹੁੰਦਾ ਗਾ, ਤਾਂ ਇਹ ਸਹਾਇਕ ਕਿਰਿਆ ਹੁੰਦੀ ਹੈ। ਤਾਂ ਜਿੱਥੇ ਆਪਣੇ ਕੋਲ ਇੱਕ ਮੁੱਖ ਕਿਰਿਆ ਅਤੇ ਨਾਲ ਉਹਦੇ ਸਹਾਇਕ ਕਿਰਿਆ ਜਾਂ ਸੰਚਾਲਕ ਕਿਰਿਆ ਲੱਗੀ ਹੋਵੇ ਤਾਂ ਇਹਨੂੰ ਪੂਰੇ ਦੇ ਪੂਰੇ ਨੂੰ ਆਪਾਂ ਕਿਰਿਆ ਵਾਕੰਸ਼ ਕਹਿ ਦਿੰਦੇ ਹਾਂ, ਅਤੇ ਇੱਕ ਸ਼ਬਦ ਨੂੰ ਕਿਰਿਆ ਕਹਿ ਦਿੱਤਾ ਜਾਂਦਾ। ਅਤੇ ਉਹ ਸ਼ਬਦ ਜਿਹਦੇ ਤੋਂ ਸਾਨੂੰ ਕਿਸੇ ਕੰਮ ਦਾ ਹੋਣਾ ਜਾਂ ਕੰਮ ਦੇ ਕਰਨ ਬਾਰੇ ਜਾਣਕਾਰੀ ਮਿਲ ਰਹੀ ਹੋਵੇ, ਉਹਦੇ ਕਾਲ ਸਹਿਤ ਕਿ ਕਿਹੜੇ ਕਾਲ 'ਚ ਉਹ ਚੀਜ਼ ਵਾਪਰ ਰਹੀ ਹੈ, ਤਾਂ ਉਹੀ ਕਿਰਿਆ ਗੀ। ਹਰ ਵਾਕ ਵਿੱਚ ਕੋਈ ਨਾ ਕੋਈ ਕਿਰਿਆ ਹੁੰਦੀ ਹੈ, ਤਾਂ ਇਹ ਇੱਕ ਪੰਜਾਬੀ ਦਾ ਜਿਹੜਾ ਵਾਕ ਆ ਤਾਂ ਹੀ ਸੰਪੂਰਨ ਹੋਊਗਾ ਜੇ ਉਹਦੇ ਵਿੱਚ ਘੱਟੋ ਘੱਟ ਇੱਕ ਨਾਮ ਵਾਕੰਸ਼ ਅਤੇ ਇੱਕ ਕਿਰਿਆ ਵਾਕੰਸ਼, ਦੋ ਚੀਜ਼ਾਂ ਜ਼ਰੂਰੀ ਹੋਣ। ਤਾਂ ਇਹਨਾਂ ਤੋਂ ਬਿਨਾਂ ਜੇ ਇਹਨਾਂ 'ਚੋਂ ਇੱਕ ਵੀ ਚੀਜ਼ ਨਹੀਂ ਹੈਗੀ ਤਾਂ ਉਹ ਵਾਕ ਨਹੀਂ ਹੋਵੇਗਾ। ਅਤੇ ਬਾਕੀ ਚੀਜ਼ਾਂ ਐਡ ਹੋ ਸਕਦੀਆਂ ਕੁਛ ਵੀ, ਜਿਵੇਂ ਆਪਾਂ ਕਹਿ ਲਈਏ ਵੀ ਵਿਸ਼ੇਸ਼ਣ, ਪੜਨਾਮ, ਸੰਬੰਧਕ, ਯੋਜਕ ਜਿੰਨੇ ਵੀ ਲੱਗ ਸਕਦੇ ਆ, ਪਰੰਤੂ ਕਿਰਿਆ ਦੇ ਨਾਲ ਇੱਕ ਨਾਮ, ਇਹ ਦੋ ਚੀਜ਼ਾਂ ਜ਼ਰੂਰੀ ਤੱਤ ਨੇ ਵਾਕ ਦੇ। ਹਰ ਵਾਕ ਵਿੱਚ ਕੋਈ ਨਾ ਕੋਈ ਕਿਰਿਆ ਜ਼ਰੂਰ ਹੁੰਦੀ ਹੈ, ਬਿਨਾਂ ਕਿਰਿਆ ਤੋਂ ਕਿਸੇ ਵਾਕ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਪੰਜਾਬੀ ਭਾਸ਼ਾ ਦੀ ਵਾਕ ਬਣਤਰ ਵਿੱਚ ਆਮ ਤੌਰ 'ਤੇ ਕਿਰਿਆ ਵਾਕ ਦੇ ਅੰਤ ਵਿੱਚ ਵਿਚਰਦੀ ਹੈ, ਪਰੰਤੂ ਬੋਲਚਾਲ ਵਾਲੀ ਬੋਲੀ ਵਿੱਚ ਇਸ ਦੇ ਸਥਾਨ ਵਿੱਚ ਤਬਦੀਲੀ ਵੀ ਸੰਭਵ ਹੈ। ਤਾਂ ਆਮ ਤੌਰ 'ਤੇ ਜਿਹੜਾ ਜ਼ਿਆਦਾਤਰ ਆਪਾਂ ਵਾਕ ਬੋਲਦੇ ਹਾਂ ਜਾਂ ਲਿਖਦੇ ਹਾਂ, ਉਹਨਾਂ ਦੇ ਵਿੱਚ ਕਿਰਿਆ ਜਿਹੜੀ ਅੰਤ ਉੱਤੇ ਹੀ ਲੱਗੀ ਮਿਲਦੀ ਹੈ ਸਾਨੂੰ, ਤਾਂ ਅੰਤ ਉੱਤੇ ਵਾਕ ਦੇ ਇਹ ਲੱਗਦੀ ਹੈ। ਅਤੇ ਬਾਕੀ ਇੱਕ ਆਪਣੇ ਕੋਲ ਹੋਰ ਸੰਕਲਪ ਹੈ ਧਾਤੂ, ਤਾਂ ਇਹ ਵੀ ਕਿਰਿਆ ਦੇ ਨਾਲ ਇੱਕ ਮਿਲਦਾ ਜੁਲਦਾ ਸੰਕਲਪ ਆ। ਕਿਰਿਆ ਦਾ ਮੂਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹਦੇ ਬਾਰੇ ਵੀ ਤੁਹਾਨੂੰ ਥੋੜ੍ਹਾ ਪਤਾ ਹੋਣਾ ਚਾਹੀਦਾ, ਕਿਉਂਕਿ ਕੁਐਸਚਨ ਆ ਸਕਦਾ। ਕਿਰਿਆ ਦਾ ਮੂਲ ਰੂਪ ਧਾਤੂ ਅਖਵਾਉਂਦਾ ਹੈ, ਜਿਵੇਂ ਲਿਖ, ਪੜ੍ਹ, ਜਾ, ਖਾ, ਰੋ ਆਦਿ। ਇਹਨਾਂ ਧਾਤੂਆਂ ਤੋਂ ਹੀ ਅੱਗੇ ਜਿਵੇਂ ਲਿਖਦਾ, ਪੜ੍ਹਦਾ ਆਦਿ ਕਿਰਿਆਵਾਂ ਬਣਦੀਆਂ ਨੇ। ਤਾਂ ਇੱਕ ਜਿਹੜੀ ਕਿਰਿਆ ਗੀ ਉਹਦੇ ਵਿੱਚ ਜਿਵੇਂ ਆਪਾਂ ਉਹਦੇ ਨਾਲ ਲੱਗੇ ਹੋਏ ਪਿਛੇਤਰ ਜਾਂ ਵਿਭਕਤੀਆਂ ਹਟਾ ਦਿੰਦੇ ਹਾਂ, ਉਦੋਂ ਬਾਅਦ ਜਿਹੜਾ ਸ਼ਬਦ ਬਚ ਜਾਂਦਾ ਉਹ ਧਾਤੂ ਆ। ਜਿਵੇਂ ਲਿਖ ਤੋਂ ਆਪਣੇ ਕੋਲ ਲਿਖਦਾ, ਲਿਖਦੇ, ਲਿਖਦੀਆਂ ਬਣ ਜਾਂਦਾ। ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਕਿਰਿਆਵੀ ਸ਼ਬਦ ਬਣ ਜਾਂਦੇ ਨੇ, ਪਰੰਤੂ ਮੂਲ ਸਾਰਿਆਂ ਦੇ ਵਿੱਚ ਕੀ ਆ, ਇਹਨਾਂ ਦੇ ਵਿੱਚ ਲਿਖ। ਤਾਂ ਇਹ ਜਿਹੜਾ ਮੂਲ ਰੂਪ ਹੁੰਦਾ ਗਾ ਇਹ ਧਾਤੂ ਅਖਵਾਉਂਦਾ ਗਾ। ਤਾਂ ਅੱਗੇ ਕਿਰਿਆ ਦੀ ਵੰਡ ਬਾਰੇ ਆਪਾਂ ਕਿਰਿਆ ਦੀਆਂ ਕਿਸਮਾਂ ਬਾਰੇ ਪੜ੍ਹਨਾ। ਤਾਂ ਕਿਰਿਆ ਦੀ ਵੰਡ ਵੱਖ-ਵੱਖ ਆਧਾਰਾਂ ਉੱਪਰ ਅਸੀਂ ਕਰ ਸਕਦੇ ਹਾਂ, ਅਤੇ ਇਹਨਾਂ ਵਿੱਚੋਂ ਅਸੀਂ ਇੱਥੇ 4 ਢੰਗਾਂ ਨਾਲ ਕਿਰਿਆ ਦੀ ਵੰਡ ਕੀਤੀ ਹੋਈ ਆ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਕਿਰਿਆ ਦੀਆਂ 2 ਕਿਸਮਾਂ ਨੇ ਰੂਪ ਦੇ ਆਧਾਰ ਉੱਪਰ। ਤਾਂ ਰੂਪ ਦੇ ਆਧਾਰ ਉੱਪਰ ਕਿਹੜੀਆਂ-ਕਿਹੜੀਆਂ ਕਿਸਮਾਂ ਨੇ? ਇੱਕ ਹੈਗੀ ਹੈ ਜੀ ਕਾਲਕੀ ਕਿਰਿਆ, ਅਤੇ ਇੱਕ ਸਾਡੇ ਕੋਲ ਜਿਹੜੀ ਦੂਜੀ ਹੈਗੀ ਆ ਉਹ ਅਕਾਲਕੀ ਕਿਰਿਆ। ਤਾਂ ਸਭ ਤੋਂ ਪਹਿਲਾਂ ਆਪਾਂ ਕਾਲਕੀ ਕਿਰਿਆ ਬਾਰੇ ਪੜ੍ਹਦੇ ਹਾਂ। ਉਹ ਕਿਰਿਆ ਰੂਪ ਜੋ ਘੱਟੋ ਘੱਟ ਇੱਕ ਵਿਆਕਰਨਕ ਸ਼੍ਰੇਣੀ ਕਰਕੇ ਰੂਪਾਂਤਰਨ ਹੋਵੇ, ਉਹ ਕਾਲਕੀ ਕਿਰਿਆ ਅਖਵਾਉਂਦੀ ਹੈ। ਤਾਂ ਇੱਥੇ ਸਭ ਤੋਂ ਪਹਿਲਾਂ ਤੁਹਾਨੂੰ ਵਿਆਕਰਨਕ ਸ਼੍ਰੇਣੀਆਂ ਬਾਰੇ ਪਤਾ ਹੋਣਾ ਚਾਹੀਦਾ ਕਿ ਜਿਵੇਂ ਆਪਣੇ ਕੋਲ ਲਿੰਗ ਆ, ਵਚਨ, ਪੁਰਖ, ਕਾਲ, ਆਸਪੈਕਟ, ਇਹ ਸਾਰੀਆਂ ਚੀਜ਼ਾਂ ਨੇ, ਇਹ ਵਿਆਕਰਨਕ ਸ਼੍ਰੇਣੀਆਂ ਨੇ। ਅਤੇ ਜਿਹੜੇ ਆਪਾਂ ਹੁਣ ਪੜ੍ਹ ਰਹੇ ਹਾਂ ਇਹ ਸ਼ਬਦ ਸ਼੍ਰੇਣੀਆਂ ਨੇ, ਜਿਵੇਂ ਨਾਮ, ਪੜਨਾਮ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਨਿਪਾਤ। ਤਾਂ ਇਹ ਸਾਰੀਆਂ ਚੀਜ਼ਾਂ ਸ਼ਬਦ ਸ਼੍ਰੇਣੀਆਂ ਨੇ। ਅਤੇ ਨਾਲ ਹੀ ਜਿਹੜੀਆਂ ਵਿਆਕਰਨਕ ਸ਼੍ਰੇਣੀਆਂ ਨੇ ਇਹ ਹੈਗੀਆਂ ਨੇ ਲਿੰਗ, ਵਚਨ, ਪੁਰਖ, ਇਸ ਤਰ੍ਹਾਂ ਦੀਆਂ। ਤਾਂ ਕਿਰਿਆ ਦਾ ਉਹ ਰੂਪ ਜਿਹੜਾ ਕਿਸੇ ਵਿਆਕਰਨਕ ਸ਼੍ਰੇਣੀ ਕਰਕੇ ਪ੍ਰਭਾਵਿਤ ਹੋਵੇ ਜਾਂ ਆਪਣਾ ਰੂਪ ਬਦਲ ਲਵੇ ਜਾਂ ਰੂਪਾਂਤਰਿਤ ਹੋ ਜਾਵੇ, ਉਹਨੂੰ ਅਸੀਂ ਕਾਲਕੀ ਕਿਰਿਆ ਆਖਦੇ ਹਾਂ। ਜਿਵੇਂ ਉਹ ਜਾ ਰਿਹਾ ਹੈ, ਉਹ ਜਾ ਰਹੀ ਹੈ, ਉਹ ਜਾ ਰਹੀਆਂ ਹਨ, ਉਹ ਜਾਂਦੇ ਹਨ ਜਾਂ ਜਾਂਦੀਆਂ ਹਨ। ਇੱਥੇ ਹੁਣ ਜਿਹੜਾ ਸਾਡੇ ਕੋਲ ਕਿਰਿਆ ਦੇ ਵਿੱਚ ਜਿਵੇਂ ਹੁਣ ਆਪਾਂ ਕਿਹਾ ਗਾ ਵੀ ਉਹ ਜਾ ਰਿਹਾ ਹੈ, ਇੱਕ ਬੰਦਾ ਜਾ ਰਿਹਾ ਸੀ, ਉਹ ਪੁਲਿੰਗ ਸੀ ਅਤੇ ਇੱਕ ਵਚਨ ਆ ਨਾ। ਤਾਂ ਇੱਥੇ ਰਿਹਾ ਹੈ ਲੱਗਿਆ ਜਾ ਦੇ ਨਾਲ,
ਅੱਗੇ ਜੇ ਆਪਾਂ ਇਸਤਰੀ ਲਿੰਗ ਬਣਾ ਲਿਆ ਤਾਂ ਫਿਰ ਕੀ ਲੱਗਿਆ ਹੋਇਆ ਜਾ ਦੇ ਨਾਲ ਰਹੀ। ਅਤੇ ਜੇ ਬਹੁਤੇ ਆਪਾਂ ਫਿਰ ਉਹ ਅਲੱਗ-ਅਲੱਗ ਰੂਪ ਬਣ ਰਹੇ ਨੇ, ਜਿਵੇਂ ਰਹੀਆਂ ਹਨ। ਤਾਂ ਇਸ ਤਰ੍ਹਾਂ ਜਿਹੜੇ ਰੂਪ ਬਦਲਦੇ ਰਹਿੰਦੇ ਆ, ਇਹ ਜਿਹੜੇ ਕਿਰਿਆ ਦੇ ਰੂਪ ਰੂਪਾਂਤਰਿਤ ਹੋ ਜਾਂਦੇ ਨੇ, ਬਦਲ ਜਾਂਦੇ ਨੇ, ਤਾਂ ਉਹ ਕਾਲਕੀ ਕਿਰਿਆ ਰੂਪ ਨੇ। ਕਾਲਕੀ ਕਿਰਿਆ ਰੂਪ ਕਿਸ ਤਰ੍ਹਾਂ ਬਣਦੇ ਨੇ ਇਹ ਵੀ ਇੱਥੇ ਦੱਸਿਆ ਹੋਇਆ। ਜਿਵੇਂ ਪੜ੍ਹ ਤੋਂ ਜਿਵੇਂ ਬਣ ਰਹੇ ਨੇ ਪੜ੍ਹਨਾ, ਪੜ੍ਹਨੀ, ਪੜ੍ਹਨੀਆਂ, ਪੜ੍ਹਦਾ, ਪੜ੍ਹਦੇ, ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਇੱਥੇ, ਜਿਵੇਂ ਪੜ੍ਹਦੀ, ਪੜ੍ਹਦੀਆਂ, ਪੜ੍ਹੇ, ਪੜ੍ਹਨ, ਪੜ੍ਹ, ਪੜ੍ਹੀ, ਇਸ ਤਰ੍ਹਾਂ ਦੇ ਸ਼ਬਦ ਇਹ ਜਿਵੇਂ ਇੱਥੇ ਰੂਪ ਵੱਖ-ਵੱਖ ਬਣਾ ਕੇ ਦੱਸੇ ਹੋਏ ਨੇ ਕਿ ਇਸ ਤਰ੍ਹਾਂ ਦੇ ਕਾਲਕੀ ਕਿਰਿਆ ਦੇ ਰੂਪ ਬਣਦੇ ਨੇ ਵੱਖ-ਵੱਖ ਤਰ੍ਹਾਂ ਦੇ। ਅਤੇ ਅੱਗੇ ਇਹਨਾਂ ਦੀ ਜੇ ਤੁਹਾਨੂੰ ਕੁਐਸਚਨ ਆ ਜਾਂਦਾ ਕਿ ਪਛਾਣ ਕਰੋ ਕਿ ਇਹ ਕਾਲਕੀ ਕਿਰਿਆ ਜਾਂ ਅਕਾਲਕੀ ਕਿਰਿਆ, ਤਾਂ ਉਹ ਵੀ ਅੱਗੇ ਦੱਸਦੇ ਹਾਂ। ਤਾਂ ਅੱਗੇ ਆਪਾਂ ਅਕਾਲਕੀ ਕਿਰਿਆ ਤੋਂ ਜਾ ਕੇ ਆਪਾਂ ਨੂੰ ਉਹ ਵੀ ਗੱਲ ਕਲੀਅਰ ਹੋ ਜੂਗੀ। ਅਕਾਲਕੀ ਕਿਰਿਆ ਉਹ ਕਿਰਿਆ ਰੂਪ ਜਿਸ ਉੱਪਰ ਕਿਸੇ ਵੀ ਵਿਆਕਰਨਕ ਸ਼੍ਰੇਣੀ ਦਾ ਪ੍ਰਭਾਵ ਨਾ ਪਵੇ, ਭਾਵ ਕੋਈ ਕਿਸੇ ਲਿੰਗ ਕਰਕੇ ਜਾਂ ਬਚਨ ਕਰਕੇ ਜਾਂ ਪੁਰਖ ਕਰਕੇ ਕਿਸੇ ਵੀ ਪੱਖ ਤੋਂ ਕੋਈ ਜਿਹੜਾ ਕਿਰਿਆ ਦਾ ਰੂਪ ਨਾ ਬਦਲੇ, ਤਾਂ ਉਹਨੂੰ ਆਪਾਂ ਅਕਾਲਕੀ ਕਿਰਿਆ ਆਖਦੇ ਹਾਂ। ਜਿਵੇਂ ਉਹ ਆਪਾਂ ਕਿਹਾ ਜਾ ਕੇ ਜਾਂ ਜਾਣੋ ਜਾਂ ਜਾਂਦਿਆਂ, ਤਾਂ ਇਸ ਤਰ੍ਹਾਂ ਦੇ ਜਿਹੜੇ ਰੂਪ ਨੇ, ਜਿਵੇਂ ਹੁਣ ਕੇ ਲੱਗਿਆ ਹੋਇਆ ਅੰਤ ਉੱਤੇ ਜਾਂ ਨੋ ਲੱਗਿਆ ਜਾਂ ਜਾਂਦਿਆਂ ਦੇ ਵਿੱਚ ਦਿਆਂ ਲੱਗਿਆ ਹੋਇਆ, ਇਹ ਜਿਹੜੇ ਚੀਜ਼ਾਂ ਲੱਗੀਆਂ ਹੋਣਗੀਆਂ ਜਿਨ੍ਹਾਂ ਕਿਰਿਆ ਰੂਪਾਂ ਦੇ ਵਿੱਚ, ਉਹ ਚੀਜ਼ਾਂ ਬਦਲਦੀਆਂ ਨਹੀਂ। ਜਿਵੇਂ ਹੁਣ ਆਪਾਂ ਕਹਿ ਲਿਆ ਵੀ ਉਹ ਜਾ ਕੇ ਤੋਂ ਬਾਅਦ ਆਪਾਂ ਭਾਵੇਂ ਇੱਥੇ ਪੁਲਿੰਗ ਲਗਾ ਲਈਏ, ਭਾਵੇਂ ਇਸਤਰੀ ਲਿੰਗ ਲਗਾ ਲਈਏ, ਉਹ ਆਪਣੇ ਮੈਟਰ ਨਹੀਂ ਕਰਦੀ ਚੀਜ਼, ਕੁਛ ਵੀ ਲੱਗ ਸਕਦਾ, ਇੱਥੇ ਰੂਪ ਨਹੀਂ ਬਦਲਦਾ ਜਾ ਕੇ ਦਾ। ਜਿਵੇਂ ਉੱਪਰ ਜਾ ਰਿਹਾ, ਰਹੀ ਬਣ ਜਾਂਦਾ ਸੀ, ਇੱਥੇ ਨਹੀਂ ਬਦਲਦਾ। ਜਾ ਕੇ ਇਹ ਇਸੇ ਤਰ੍ਹਾਂ ਹੀ ਰਹਿਣਾ ਹੈ। ਜਿਵੇਂ ਉਸਨੇ ਜਾ ਕੇ ਕੋਈ ਕੰਮ ਕੀਤਾ, ਚਾਹੇ ਇੱਥੇ ਬਹੁਤੇ ਲੋਕ ਆ ਜਾਣ, ਚਾਹੇ ਇੱਕ ਆ, ਉਹ ਉਸੇ ਤਰ੍ਹਾਂ ਹੀ ਰਹੂਗਾ। ਤਾਂ ਇਹ ਜਿਹੜੇ ਰੂਪ ਆ ਸਾਰੇ ਇਹ ਅਕਾਲਕੀ ਕਿਰਿਆ ਦੇ ਰੂਪ ਹੁੰਦੇ ਨੇ। ਜਿਵੇਂ ਪੜ੍ਹ ਤੋਂ ਪੜ੍ਹਦਿਆਂ, ਪੜ੍ਹਿਆ, ਪੜ੍ਹਨੋਂ, ਤਾਂ ਇਹ ਸਾਰੇ ਜਿਹੜੇ ਰੂਪ ਨੇ ਇਹ ਅਕਾਲਕੀ ਕਿਰਿਆ ਦੇ ਰੂਪ ਨੇ। ਅਤੇ ਇਹ ਪ੍ਰਮੁੱਖ ਰੂਪ 'ਚ 5 ਪਿਛੇਤਰ ਨੇ ਜਿਹੜੇ ਲੱਗਦੇ ਨੇ ਇਹਦੇ ਨਾਲ, ਅਤੇ ਉਹਨਾਂ ਤੋਂ ਹੀ ਸਾਰੇ ਅਕਾਲਕੀ ਕਿਰਿਆ ਦੇ ਰੂਪ ਬਣ ਜਾਂਦੇ ਨੇ। ਜਿਵੇਂ ਸਾਡੇ ਕੋਲ ਕੇ ਲੱਗਿਆ ਹੋਇਆ, ਇੱਕ ਨੌ ਲੱਗਿਆ ਹੋਇਆ, ਇੱਕ ਨੌ, ਨੰਨੇ ਨੂੰ ਹੋੜਾ ਨੌ ਲੱਗਿਆ, ਇੱਕ ਨਾਣੇ ਨੂੰ ਹੋੜਾ ਨੌ ਆ, ਇੱਕ ਦਿਆਂ ਅਤੇ ਇੱਕ ਇਆਂ। ਇਹ ਜਿਹੜੇ 5 ਰੂਪ ਨੇ ਇਹ ਅਕਾਲਕੀ ਕਿਰਿਆ ਦੇ ਰੂਪ ਨੇ। ਜਿੱਥੇ ਵੀ ਤੁਹਾਨੂੰ ਕਿਤੇ ਕਿਰਿਆ ਦੇ ਅੰਤ ਦੇ ਵਿੱਚ ਇਹ 5 ਚੀਜ਼ਾਂ ਲੱਗੀਆਂ ਮਿਲਣ, ਕੇ, ਜਾ ਕੇ ਲੱਗਿਆ ਹੋਇਆ ਜਿਵੇਂ, ਜਾਂ ਨੌ, ਨਾਣੇ ਨੂੰ ਹੋੜਾ ਨੌ ਜਾਂ ਨੰਨੇ ਨੂੰ ਹੋੜਾ ਨੌ, 2 ਇਹ ਹੋ ਗਈਆਂ। ਇੱਕ ਦਿਆਂ, ਜਾਂਦਿਆਂ, ਜਿਵੇਂ ਇੱਕ ਇਆਂ, ਜਿਵੇਂ ਪੜ੍ਹਿਆਂ। ਤਾਂ ਇਸ ਤਰ੍ਹਾਂ ਦੇ ਜਿਹੜੇ ਰੂਪ ਬਣਨਗੇ, ਇਹ 5 ਸ਼ਬਦ ਅੰਤ ਦੇ ਵਿੱਚ ਲੱਗੇ ਹੋਣਗੇ, ਉਹ ਅਕਾਲਕੀ ਕਿਰਿਆ ਦੇ ਰੂਪ ਹੋਣਗੇ। ਅਤੇ ਇਹਨਾਂ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਬਣਨਗੇ ਉਹ ਅਕਾਲਕੀ ਕਿਰਿਆ ਦੇ ਰੂਪ ਬਣਨਗੇ। ਤਾਂ ਇਹ 5 ਤੁਸੀਂ ਧਿਆਨ 'ਚ ਰੱਖ ਲੈਣੇ ਆ। ਇਹਨਾਂ ਦੇ ਉੱਪਰ ਕਿਸੇ ਵੀ ਵਿਆਕਰਨਕ ਸ਼੍ਰੇਣੀ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਕੇ, ਨੌ ਅਤੇ ਇਆਂ ਅਤੇ ਦਿਆਂ, ਇਹ ਸਾਰੇ ਅਕਾਲਕੀ ਕਿਰਿਆ ਦੇ ਰੂਪ ਨੇ। ਹੁਣ ਇੱਕ ਹੋਰ ਵੰਡ ਆ ਸਾਡੇ ਕੋਲ ਕਿਰਿਆ ਦੀ ਜੀ, ਉਹਦੇ ਵਿੱਚ ਅਸੀਂ ਕਿਰਿਆ ਨੂੰ ਵੰਡਦੇ ਹਾਂ ਅਕਰਮਕ ਕਿਰਿਆ ਅਤੇ ਸਕਰਮਕ ਕਿਰਿਆ ਦੇ ਵਿੱਚ। ਇਹ 2 ਭਾਗ ਬਣ ਜਾਂਦੇ ਸਾਡੇ ਕੋਲ। ਸਭ ਤੋਂ ਪਹਿਲਾਂ ਅਕਰਮਕ ਕਿਰਿਆ ਦੇ, ਜਿਵੇਂ ਨਾਮ ਤੋਂ ਹੀ ਸਪਸ਼ਟ ਆ ਕਿ ਬਿਨਾਂ ਕਰਮ ਤੋਂ। ਅਕਰਮਕ ਕਿਰਿਆ ਕਿਹੜੀ ਹੁੰਦੀ ਹੈ? ਬਿਨਾਂ ਕਰਮ ਤੋਂ। ਜਿੱਥੇ ਵਾਕ ਵਿੱਚ ਜਿਸ ਕਿਰਿਆ ਦਾ ਕਰਮ ਨਾ ਹੋਵੇ, ਅਰਥਾਤ ਕਿਰਿਆ ਦਾ ਪ੍ਰਭਾਵ ਸਿੱਧਾ ਕਰਤਾ ਤੱਕ ਹੀ ਸੀਮਿਤ ਰਹੇ, ਉਸਨੂੰ ਅਕਰਮਕ ਕਿਰਿਆ ਕਿਹਾ ਜਾਂਦਾ। ਜਿਵੇਂ ਮੁੰਡਾ ਪੜ੍ਹਦਾ ਹੈ, ਜਾਂ ਫਿਰ ਬੱਦਲ ਗੱਜਦਾ ਹੈ, ਮੋਰ ਨੱਚਦਾ ਹੈ। ਤਾਂ ਇੱਥੇ ਹੁਣ ਜਿਹੜਾ ਸਿੱਧਾ ਸਾਡੇ ਕੋਲ ਪਹਿਲਾਂ ਕਰਤਾ ਲੱਗਿਆ, ਉਸ ਤੋਂ ਬਾਅਦ ਕਿਰਿਆ ਲੱਗ ਗਈ। ਇਹੀ ਅੰਤਰ ਸੰਬੰਧਿਤ ਨੇ, ਇੱਕ ਦੂਜੇ ਨਾਲ ਜੁੜੇ ਹੋਏ ਨੇ, ਅਤੇ ਇੱਥੇ ਕਿਤੇ ਵੀ ਕਰਮ ਨਹੀਂ ਲੱਗਿਆ ਹੋਇਆ। ਜੇ ਆਪਾਂ ਇੱਥੇ ਕਹਿ ਦਿੰਦੇ ਵੀ ਮੁੰਡਾ ਕਿਤਾਬ ਪੜ੍ਹਦਾ ਹੈ, ਤਾਂ ਫਿਰ ਇੱਥੇ ਸਕਰਮਕ ਕਿਰਿਆ ਹੋਣੀ ਸੀ ਵੀ ਕਿਤਾਬ ਲੱਗਿਆ ਹੋਇਆ ਸ਼ਬਦ। ਤਾਂ ਇੱਥੇ ਸਾਡੇ ਕੋਲ ਕੁਛ ਨਹੀਂ ਲੱਗਿਆ ਹੋਇਆ ਕਰਮ, ਤਾਂ ਇਹ ਅਕਰਮਕ ਕਿਰਿਆ ਕਹਾਉਂਦੀ ਹੈ, ਜਿਹੜੀ ਇਸ ਤਰ੍ਹਾਂ ਆਉਂਦੀ ਆ। ਪੜ੍ਹਦਾ, ਗੱਜਦਾ, ਨੱਚਦਾ, ਜਿਨ੍ਹਾਂ ਦੇ ਅੱਗੇ ਕਰਮ ਨਹੀਂ ਲੱਗਿਆ ਹੋਇਆ, ਉਹ ਅਕਰਮਕ ਕਿਰਿਆ। ਅਤੇ ਸਕਰਮਕ ਕਿਰਿਆ ਜਿਸ ਕਿਰਿਆ ਦਾ ਕਰਤਾ ਅਤੇ ਕਰਮ ਦੋਨੇ ਲੱਗੇ ਹੋਣ, ਭਾਵ ਜਿਸ ਵਿੱਚ ਕਿਰਿਆ ਦਾ ਪ੍ਰਭਾਵ ਕਰਤਾ ਤੋਂ ਅੱਗੇ ਕਰਮ ਤੱਕ ਵੀ ਪਹੁੰਚੇ, ਉਸਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਬੱਚਾ ਰੋਟੀ ਖਾਂਦਾ ਹੈ, ਮੁੰਡਾ ਫੁੱਟਬਾਲ ਖੇਡਦਾ, ਰਾਮ ਗੀਤ ਗਾਉਂਦਾ ਹੈ। ਤਾਂ ਇੱਥੇ ਹੁਣ ਜਿਵੇਂ ਰੋਟੀ, ਫੁੱਟਬਾਲ ਅਤੇ ਗੀਤ ਇਹ ਕਰਮ ਲੱਗ ਗਏ, ਤਾਂ ਇਹਨਾਂ ਦੇ ਨਾਲ ਆ ਕੇ ਅੱਗੇ ਕਿਰਿਆ ਜੁੜ ਗਈ। ਤਾਂ ਇਹ ਜਿਹੜੀ ਕਿਰਿਆ ਦੇ ਰੂਪ ਨੇ ਸਕਰਮਕ ਨੇ। ਖਾਂਦਾ, ਖੇਡਦਾ, ਗਾਉਂਦਾ, ਇਹ ਸਾਰੇ ਰੂਪ ਨੇ ਸਕਰਮਕ ਨੇ। ਅੱਗੇ ਜੀ ਅਸੀਂ ਵੰਡ ਕੀਤੀ ਹੋਈ ਆ ਜਿਹੜੇ ਜਿਵੇਂ ਵਾਕਾਂ ਦੇ ਵਿੱਚ
ਕਿਰਿਆ ਸ਼ਬਦ ਆਮ ਤੌਰ 'ਤੇ ਵੱਖ-ਵੱਖ ਸ਼ਬਦ ਸਮੂਹਾਂ ਵਜੋਂ ਕਾਰਜਸ਼ੀਲ ਹੁੰਦੇ ਨੇ, ਵੱਖ-ਵੱਖ ਸਮੂਹ ਬਣਦੇ ਨੇ। ਤਾਂ ਇਹ ਜਿਹੜੇ ਸ਼ਬਦ ਸਮੂਹ ਬਣਦੇ ਨੇ, ਜਿਵੇਂ ਇੱਕ ਤੋਂ ਜ਼ਿਆਦਾ ਆਪਾਂ ਦੇਖਿਆ ਗਿਆ ਪਹਿਲਾਂ, ਜਿਵੇਂ ਵੀ ਇੱਕ ਮੁੱਖ ਕਿਰਿਆ ਹੁੰਦੀ ਆ, ਉਦੋਂ ਬਾਅਦ ਸਹਾਇਕ ਕਿਰਿਆ ਲੱਗਦੀ ਹੈ ਨਾਲ, ਜਾਂ ਫਿਰ ਕਿਤੇ ਕਿਤੇ ਸੰਚਾਲਕ ਕਿਰਿਆ ਲੱਗ ਜਾਂਦੀ ਹੈ। ਜਿਵੇਂ ਗਾ ਰਿਹਾ ਹੈ, ਆਪਾਂ ਕਿਹਾ ਗਾ ਮੁੱਖ ਕਿਰਿਆ ਹੋ ਗਈ, ਰਿਹਾ ਸੰਚਾਲਕ ਕਿਰਿਆ, ਹੈ ਸਹਾਇਕ ਕਿਰਿਆ। ਤਾਂ ਇਸ ਤਰ੍ਹਾਂ ਨਾਲ ਵੰਡ ਕਰ ਸਕਦੇ ਹਾਂ ਅੱਗੇ ਅਸੀਂ। ਇਹਦੇ ਵਿੱਚ 3 ਤਰੀਕੇ ਹੈਗੇ ਨੇ ਕਿਰਿਆ ਦੇ, 3 ਕਿਸਮਾਂ ਬਣਦੀਆਂ ਨੇ, ਮੁੱਖ ਕਿਰਿਆ, ਸੰਚਾਲਕ ਕਿਰਿਆ ਅਤੇ ਸਹਾਇਕ ਕਿਰਿਆ। ਸਭ ਤੋਂ ਪਹਿਲਾਂ ਮੁੱਖ ਕਿਰਿਆ ਜਿਹੜੀ ਇਹ ਕਿਰਿਆ ਵਾਕੰਸ਼ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੀ ਹੈ। ਇਹ ਕਿਰਿਆ ਦਾ ਇੱਕ ਮੂਲ ਅਤੇ ਲਾਜ਼ਮੀ ਤੱਤ ਹੈ। ਕਹਿਣ ਦਾ ਭਾਵ ਹੈ ਕਿ ਇਹ ਘੱਟੋ ਘੱਟ ਹੋਣੀ ਹੀ ਚਾਹੀਦੀ ਹੈ, ਇਹ ਹੁੰਦੀ ਹੀ ਹੈ। ਕਿਰਿਆ ਵਾਕੰਸ਼ ਵਿੱਚ ਮੁੱਖ ਕਿਰਿਆ ਸਭ ਤੋਂ ਪਹਿਲਾਂ ਆਉਂਦੀ ਹੈ ਅਤੇ ਇਹ ਹੋਣ ਵਾਲੇ ਕਾਰਜ ਵੱਲ ਸੰਕੇਤ ਕਰਦੀ ਹੈ। ਤਾਂ ਇਹਦੀ ਪਛਾਣ ਕੀ ਆ ਕਿ ਸਭ ਤੋਂ ਆਰੰਭ 'ਚ ਆਉਂਦੀ ਆ ਅਤੇ ਜਿਹੜਾ ਕੋਈ ਕਾਰਜ ਵਾਪਰਨਾ ਹੁੰਦਾ ਉਹਦੇ ਵੱਲ ਸੰਕੇਤ ਕਰਦੀ ਹੈ। ਜਿਵੇਂ ਬੱਚਾ ਰੋ ਰਿਹਾ ਹੈ, ਇੱਥੇ ਰੋ ਸ਼ਬਦ ਆ ਗਿਆ ਸਾਡੇ ਕੋਲ। ਕੁੜੀ ਪੜ੍ਹ ਚੁੱਕੀ ਹੈ, ਤਾਂ ਇੱਥੇ ਹੁਣ ਜਿਹੜਾ ਸਭ ਤੋਂ ਪਹਿਲਾ ਸ਼ਬਦ ਆ ਸਾਡੇ ਕੋਲ ਰੋ ਰਿਹਾ ਹੈ, ਇਹ ਕਿਰਿਆ ਵਾਕੰਸ਼ ਹੈ। ਪੜ੍ਹ ਚੁੱਕੀ ਹੈ, ਇਹ ਕਿਰਿਆ ਵਾਕੰਸ਼ ਹੈ। ਤਾਂ ਇਹਦੇ ਵਿੱਚ ਪਹਿਲਾ ਸ਼ਬਦ ਕਿਹੜਾ ਰੋ ਆ, ਜਿਵੇਂ ਇਹ ਮੁੱਖ ਕਿਰਿਆ ਗਈ, ਜਾਂ ਪੜ੍ਹ ਮੁੱਖ ਕਿਰਿਆ ਗਈ ਹੈ ਨਾ, ਆਰੰਭ ਦੇ ਵਿੱਚ ਲੱਗਿਆ ਹੋਇਆ ਗਾ। ਅਤੇ ਜਿਹੜਾ ਇੱਕ ਲਾਜ਼ਮੀ ਤੱਤ ਆ, ਇਹਨੂੰ ਆਪਾਂ ਰੱਦ ਨਹੀਂ ਕਰ ਸਕਦੇ। ਜਿਵੇਂ ਬੱਚਾ ਰੋ ਲਗਾਉਣਾ ਜ਼ਰੂਰੀ ਹੈ, ਵੀ ਕੀ ਕਰ ਰਿਹਾ, ਕਾਰਜ ਵੱਲ ਸੰਕੇਤ ਕਰ ਰਿਹਾ ਨਾ, ਵੀ ਰੋਂਦਾ ਗਾ ਬੱਚਾ, ਰੋ ਵੱਲ ਸੰਕੇਤ ਕਰ ਰਿਹਾ ਜਾਂ ਪੜ੍ਹ ਵੱਲ ਸੰਕੇਤ ਕੀਤਾ ਜਾ ਰਿਹਾ। ਅੱਗੇ ਆ ਜੀ ਦੂਜੀ ਕਿਸਮ ਸੰਚਾਲਕ ਕਿਰਿਆ। ਕਿਰਿਆ ਵਿੱਚ ਮੁੱਖ ਕਿਰਿਆ ਤੋਂ ਪਿੱਛੋਂ ਅਤੇ ਸਹਾਇਕ ਕਿਰਿਆ ਤੋਂ ਪਹਿਲਾਂ ਇੱਕ ਹੋਰ ਅੰਸ਼ ਆਉਂਦਾ ਹੈ, ਜਿਸ ਨੂੰ ਸੰਚਾਲਕ ਕਿਰਿਆ ਕਿਹਾ ਜਾਂਦਾ ਹੈ। ਇਸ ਨੂੰ ਪ੍ਰੇਰਕ ਵੀ ਕਹਿ ਦਿੰਦੇ ਨੇ, ਅਤੇ ਅੰਗਰੇਜ਼ੀ ਵਿੱਚ ਇਸ ਲਈ ਓਪਰੇਟਰ ਮੱਧ ਵਰਤੀ ਜਾਂਦੀ ਹੈ। ਉਪਰੋਕਤ ਵਾਕਾਂ ਵਿੱਚ ਰਿਹਾ ਜਾਂ ਚੁੱਕੇ ਇਹ ਸੰਚਾਲਕ ਕਿਰਿਆ ਦੇ ਰੂਪ ਨੇ। ਜਿਵੇਂ ਆਪਣੇ ਕੋਲ ਰੋ ਤੋਂ ਬਾਅਦ ਰਿਹਾ ਲੱਗਿਆ ਹੋਇਆ, ਅਤੇ ਪੜ੍ਹ ਤੋਂ ਬਾਅਦ ਚੁੱਕੀ ਲੱਗਿਆ ਹੋਇਆ, ਜਾਂ ਚੁੱਕੇ ਲੱਗਿਆ ਹੋਵੇ ਕਿਤੇ ਵੀ, ਇਹ ਸਾਰੇ ਜਿਹੜੇ ਰੂਪ ਨੇ ਇਹ ਸੰਚਾਲਕ ਕਿਰਿਆ ਦੇ ਹੁੰਦੇ ਨੇ। ਅਤੇ ਅੰਤ ਦੇ ਵਿੱਚ ਇਹਨਾਂ ਦੇ ਨਾਲ ਹੈ ਲੱਗਿਆ ਹੋਇਆ, ਇਹ ਸਹਾਇਕ ਕਿਰਿਆ ਗੀ, ਆਪਾਂ ਨੂੰ ਪਤਾ ਗਾ। ਤਾਂ ਮੁੱਖ ਕਿਰਿਆ ਅਤੇ ਸਹਾਇਕ ਕਿਰਿਆ ਦੇ ਵਿਚਾਲੇ ਸੰਚਾਲਕ ਕਿਰਿਆ ਆਉਂਦੀ ਹੈ। ਤਾਂ ਇਹਦੇ ਵੀ 4 ਅੱਗੇ ਰੂਪ ਹੋ ਸਕਦੇ ਨੇ: ਮੁੱਢਲੀ ਸੰਚਾਲਕ ਕਿਰਿਆ, ਕਰਮਣੀ ਸੰਚਾਲਕ, ਗਤੀਵਾਚੀ ਸੰਚਾਲਕ ਅਤੇ ਸੰਭਾਵੀ ਸੰਚਾਲਕ ਕਿਰਿਆ। ਇਹ ਵੀ ਅੱਗੇ ਇੱਕ ਤੋਂ ਜ਼ਿਆਦਾ ਆ ਸਕਦੀਆਂ ਨੇ। ਤਾਂ ਅੱਗੇ ਆਪਾਂ ਪੜ੍ਹਨਾ ਸਹਾਇਕ ਕਿਰਿਆ ਬਾਰੇ। ਇਹ ਕਿਰਿਆ ਮੁੱਖ ਕਿਰਿਆ ਦੇ ਸਹਾਇਕ ਰੂਪ ਵਜੋਂ ਵਰਤੀ ਜਾਂਦੀ ਹੈ। ਇਹ ਮੁੱਖ ਕਿਰਿਆ ਦਾ ਕਾਲ ਬੋਧਕ ਅੰਸ਼ ਹੁੰਦਾ ਹੈ। ਇਹ ਆਮ ਤੌਰ 'ਤੇ ਸਾਨੂੰ ਕਾਲ ਦੀ ਜਾਣਕਾਰੀ ਦਿੱਤੀ ਜਾਂਦੀ ਇਹਦੇ ਰਾਹੀਂ, ਕਿ ਵਰਤਮਾਨ ਦੀ ਗੱਲ ਹੋ ਰਹੀ ਹੈ ਜਾਂ ਫਿਰ ਭੂਤਕਾਲ ਦੀ ਗੱਲ ਹੋ ਰਹੀ ਹੈ। ਅਤੇ ਵਰਤਮਾਨ ਲਈ ਆਪਾਂ ਜਿਵੇਂ ਹੈ ਲਗਾ ਦਿੰਦੇ ਹਾਂ, ਭੂਤਕਾਲ ਲਈ ਸੀ ਆਪਾਂ ਲਗਾ ਦਿੰਦੇ ਹਾਂ। ਅਤੇ ਇਸੇ ਤੋਂ ਹੀ ਅੱਗੇ ਵੱਖ-ਵੱਖ ਰੂਪ ਬਣ ਜਾਂਦੇ ਨੇ, ਜਿਵੇਂ ਹੈ ਤੋਂ ਹਨ ਜਾਂ ਸਨ, ਇਸ ਤਰ੍ਹਾਂ ਦੇ ਰੂਪ ਜਿਹੜੇ ਅੱਗੇ ਉਹ ਬਦਲਦੇ ਰਹਿੰਦੇ ਆ, ਬਣਦੇ ਰਹਿੰਦੇ ਆ। ਤਾਂ ਅੰਤ ਦੇ ਵਿੱਚ ਚੌਥੇ ਪ੍ਰਕਾਰ ਦੇ ਵਿੱਚ ਅਸੀਂ ਬਣਤਰ ਦੇ ਆਧਾਰ 'ਤੇ ਪੰਜਾਬੀ ਕਿਰਿਆ ਦੇ 2 ਹੋਰ ਰੂਪ ਬਣਦੇ ਨੇ, ਉਹਨਾਂ ਬਾਰੇ ਪੜ੍ਹ ਲੈਂਦੇ ਹਾਂ। ਇੱਕ ਹੁੰਦੀ ਹੈ ਜੀ ਇੱਕ ਸ਼ਬਦੀ ਕਿਰਿਆ, ਇੱਕ ਬਹੁ ਸ਼ਬਦੀ ਕਿਰਿਆ। ਇੱਕ ਸ਼ਬਦੀ ਕਿਰਿਆ ਜਿਸ ਵਾਕ ਵਿੱਚ ਕਿਰਿਆ ਵਿੱਚ ਇੱਕੋ ਮੁੱਖ ਸ਼ਬਦ ਹੋਵੇ, ਜਿਵੇਂ ਰਾਮ ਰੋਟੀ ਖਾ, ਤੂੰ ਕਿਤਾਬ ਪੜ੍ਹ। ਤਾਂ ਇੱਥੇ ਹੁਣ ਇੱਕ ਹੀ ਸ਼ਬਦ ਆ ਕਿਰਿਆ ਨਾਲ ਸੰਬੰਧਿਤ। ਰਾਮ ਨਾਮ ਹੋ ਗਿਆ ਜਾਂ ਕਰਤਾ ਹੋ ਗਿਆ, ਰੋਟੀ ਉਹਦਾ ਕਰਮ ਹੋ ਗਿਆ, ਖਾ ਕਿਰਿਆ ਗਈ, ਇੱਕੋ ਹੀ ਲੱਗਿਆ ਹੋਇਆ, ਇੱਕ ਸ਼ਬਦ ਹੀ ਆ। ਤੂੰ ਕਿਤਾਬ ਪੜ੍ਹ, ਤੂੰ ਪੜਨਾਮ ਲੱਗਿਆ ਹੋਇਆ, ਕਿਤਾਬ ਅੱਗੇ ਲੱਗਿਆ ਹੋਇਆ ਗਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਰਮ, ਪੜ੍ਹ ਕਿਰਿਆ ਗਈ, ਇੱਕੋ ਹੀ ਸ਼ਬਦ ਲੱਗਿਆ ਹੋਇਆ। ਬਹੁ ਸ਼ਬਦੀ ਉਹ ਕਿਰਿਆ ਸਮੂਹ ਜਿਸ ਵਿੱਚ 2 ਜਾਂ 2 ਤੋਂ ਵੱਧ ਕਿਰਿਆਵੀ ਸ਼ਬਦ ਹੁੰਦੇ ਨੇ। ਤਾਂ ਇਹਨਾਂ ਦੇ ਵੀ ਅੱਗੇ ਬਹੁ ਸ਼ਬਦੀ ਦੇ ਵਿੱਚ ਵੀ ਅੱਗੇ 2 ਕੈਟਾਗਰੀ ਆ ਜਾਂਦੀਆਂ ਜੀ, ਸੰਯੁਕਤ ਕਿਰਿਆ ਅਤੇ ਮਿਸ਼ਰਤ ਕਿਰਿਆ। ਇਹਨਾਂ ਬਾਰੇ ਵੀ ਪੜ੍ਹ ਲੈਂਦੇ। ਸੰਯੁਕਤ ਕਿਰਿਆ ਵਿੱਚ 2 ਕਿਰਿਆ ਧਾਤੂ ਆਪਸ ਵਿੱਚ ਮਿਲੇ ਹੋਏ ਹੁੰਦੇ ਹਨ। ਜਿਵੇਂ ਆਪਾਂ ਪਹਿਲਾਂ ਧਾਤੂ ਬਾਰੇ ਪੜ੍ਹ ਕੇ ਆਏ ਹਾਂ, ਕਿ ਜਿਨ੍ਹਾਂ ਨਾਲੋਂ ਸਾਰੇ ਪਿਛੇਤਰ ਹਟਾ ਦਿੱਤੇ ਜਾਂਦੇ ਆ, ਜਿਹੜਾ ਮੂਲ ਸ਼ਬਦ ਰਹਿ ਜਾਂਦਾ ਉਹ ਧਾਤੂ ਹੁੰਦਾ। ਤਾਂ 2 ਜਿਹੜੇ ਮੂਲ ਧਾਤੂ ਜੁੜ ਜਾਂਦੇ ਆ, ਉਹ ਸੰਯੁਕਤ ਕਿਰਿਆ ਬਣ ਜਾਂਦੀ ਹੈ। ਜਿਵੇਂ ਮੈਂ ਤੁਰ ਤੁਰ ਕੇ ਥੱਕ ਗਿਆ, ਇੱਥੇ ਹੁਣ 2 ਲੱਗੇ ਹੋਏ ਨੇ, ਠੀਕ ਆ। ਮੈਂ ਭੱਜ ਭੱਜ ਕੇ ਥੱਕ ਗਿਆ, ਜਾਂ ਇਹੋ ਜਿਹੇ ਸ਼ਬਦ ਹੁੰਦੇ ਜਿਹੜੇ ਜਿਵੇਂ ਟੁੱਟ ਟੁੱਟ, ਭੱਜ ਭੱਜ, ਤੁਰ ਤੁਰ, ਕਰ ਕੁਰ, ਇਸ ਤਰ੍ਹਾਂ ਦੇ ਜਿਹੜੇ ਕਿਰਿਆ ਸ਼ਬਦ ਬਣਦੇ ਨੇ, ਉਹ ਸੰਯੁਕਤ ਕਿਰਿਆ ਹੁੰਦੀ ਹੈ। ਅਤੇ ਮਿਸ਼ਰਤ ਕਿਰਿਆ ਦੀ ਬਣਤਰ ਵਿੱਚ ਇੱਕ ਨਾਮ ਸ਼ਬਦ ਅਤੇ ਇੱਕ ਕਿਰਿਆ ਸ਼ਬਦ ਮਿਲ ਕੇ ਇਕੱਠੇ ਕਾਰਜ ਕਰਦੇ ਨੇ। ਤਾਂ ਮਿਸ਼ਰਤ ਕਿਰਿਆ ਦੇ ਵਿੱਚ ਕੀ ਹੁੰਦਾ ਕਿ 2 ਸ਼ਬਦ ਹੀ ਇੱਥੇ ਹੁੰਦੇ ਨੇ, ਕਿਉਂਕਿ 2 ਸ਼ਬਦੀ ਕਿਰਿਆ ਦਾ ਇਹ ਰੂਪ ਨੇ, ਦੋਨੇ ਸੰਯੁਕਤ ਅਤੇ ਮਿਸ਼ਰਤ। ਅਤੇ ਇੱਥੇ ਆਪਣੇ ਕੋਲ ਕੀ ਹੁੰਦਾ ਗਾ ਕਿ ਇੱਕ ਤਾਂ ਕਿਰਿਆ ਸ਼ਬਦ ਹੀ ਹੁੰਦਾ, ਪਰੰਤੂ ਉਹਦੇ ਨਾਲ ਇੱਕ ਕਿਸੇ ਹੋਰ ਕੈਟਾਗਰੀ ਦਾ, ਜਿਵੇਂ ਨਾਮ ਨਾਲ ਸੰਬੰਧਿਤ ਸ਼ਬਦ ਕਿਰਿਆ ਦੇ ਵਜੋਂ ਕਾਰਜ ਕਰ ਰਿਹਾ ਹੁੰਦਾ, ਜਿਵੇਂ ਪੁੰਨ ਕਰਨਾ, ਦਾਨ ਦੇਣਾ, ਦੁੱਖ ਦੇਣਾ। ਤਾਂ ਹੁਣ ਇੱਥੇ ਜਿਹੜੇ ਜਿਵੇਂ ਲੱਗੇ ਹੋਏ ਨੇ, ਜਿਵੇਂ ਪੁੰਨ ਲੱਗ ਗਿਆ ਨਾਮ, ਅੱਗੇ ਕਰਨਾ ਸਾਡੇ ਕੋਲ ਕਿਰਿਆ ਗਈ, ਇਸ ਤਰ੍ਹਾਂ ਦੇ ਜਿਹੜੇ ਸ਼ਬਦ ਆ ਉਹ ਬਣ ਜਾਂਦੇ ਨੇ।
ਤਾਂ ਇਸੇ ਤਰ੍ਹਾਂ ਦੇ ਸਵਾਲ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛੇ ਜਾਣਗੇ, ਜਿਨ੍ਹਾਂ ਵਿੱਚ ਕਿਸੇ ਵੀ ਕਿਸਮ ਦੀ ਕਿਰਿਆ ਦੀ ਪਛਾਣ ਕਰਨੀ ਤੁਹਾਨੂੰ ਆ ਸਕਦੀ ਹੈ। ਕਿਸੇ ਕਿਰਿਆ ਦੇ ਸ਼ਬਦ ਦੱਸ ਕੇ ਉਹਦੇ ਬਾਰੇ ਪੁੱਛਿਆ ਜਾ ਸਕਦਾ ਕਿ ਕਿਸ ਨਾਲ ਸੰਬੰਧਿਤ ਹੈ ਇਹ। ਅਤੇ ਇੱਕ ਹੋਰ ਚੀਜ਼ ਜਿਹੜੀ ਤੁਸੀਂ ਧਿਆਨ 'ਚ ਰੱਖ ਸਕਦੇ ਹੋ, ਜਿਹਦੇ ਬਾਰੇ ਪੇਪਰਾਂ ਵਿੱਚ ਅਕਸਰ ਪੁੱਛ ਲਿਆ ਜਾਂਦਾ, ਉਹ ਹੈਗਾ ਜੀ ਕਿਰਦੰਤ। ਉਹ ਕੀ ਹੁੰਦਾ ਉਹ ਵੀ ਆਪਾਂ ਪੜ੍ਹ ਲੈਂਦੇ ਹਾਂ। ਵੈਸੇ ਆਪਾਂ ਉੱਪਰ ਥੋੜ੍ਹਾ ਪੜ੍ਹ ਆਏ, ਜਿਵੇਂ ਕਿਰਿਆ ਦੇ ਵਿੱਚ ਆਪਾਂ ਦੇਖਿਆ ਕਿ ਨਾਮ ਸ਼ਬਦ ਇੱਕ ਲੱਗ ਜਾਂਦਾ, ਉਸੇ ਤਰ੍ਹਾਂ ਦੀ ਇਹ ਚੀਜ਼ ਆ। ਕਿਰਿਆ ਸ਼ਬਦਾਂ ਦੇ ਕਈ ਰੂਪ ਅਜਿਹੇ ਹਨ ਜੋ ਵਾਕ ਬਣਤਰ ਵਿੱਚ ਕਿਰਿਆ ਸ਼ਬਦ ਸ਼੍ਰੇਣੀ ਤੋਂ ਇਲਾਵਾ ਕਿਸੇ ਹੋਰ ਸ਼ਬਦ ਸ਼੍ਰੇਣੀ ਦਾ ਕਾਰਜ ਨਿਭਾਉਂਦੇ ਨੇ। ਜਿਵੇਂ ਹੁਣ ਆਪਣੇ ਕੋਲ ਸ਼ਬਦ ਤਾਂ ਉਹ ਕਿਰਿਆ ਨਾਲ ਸੰਬੰਧਿਤ ਆ, ਪਰੰਤੂ ਉਹ ਕਾਰਜ ਨਿਭਾ ਰਿਹਾ ਕਿਸੇ ਹੋਰ ਸ਼ਬਦ ਸ਼੍ਰੇਣੀ ਦਾ, ਵੀ ਨਾਮ ਦਾ ਜਾਂ ਵਿਸ਼ੇਸ਼ਣ ਦਾ ਜਾਂ ਕਿਰਿਆ ਵਿਸ਼ੇਸ਼ਣ ਦਾ ਕਾਰਜ ਉਹ ਨਿਭਾ ਰਿਹਾ ਹੋਵੇ, ਤਾਂ ਅਜਿਹੇ ਸ਼ਬਦਾਂ ਨੂੰ ਕਿਰਦੰਤ ਕਹਿ ਦਿੱਤਾ ਜਾਂਦਾ ਗਾ। ਜਿਵੇਂ ਉੱਡਦਾ ਪੰਛੀ, ਤਾਂ ਇੱਥੇ ਹੁਣ ਉੱਡਣਾ ਇੱਕ ਕਿਰਿਆ ਗਈ, ਪਰੰਤੂ ਇੱਥੇ ਇਹ ਵਿਸ਼ੇਸ਼ਣ ਬਣਿਆ ਹੋਇਆ ਗਾ ਉੱਡਦਾ ਪੰਛੀ। ਪੰਛੀ ਦੀ ਵਿਸ਼ੇਸ਼ਤਾ ਦੱਸ ਰਿਹਾ ਗਾ ਵੀ ਉਹ ਉੱਡ ਰਿਹਾ ਗਾ ਪੰਛੀ, ਤਾਂ ਹੈ ਇੱਥੇ ਉੱਡਦਾ ਇੱਕ ਕਿਰਿਆ, ਪਰੰਤੂ ਇੱਥੇ ਆਪਣੇ ਕੋਲ ਵਿਸ਼ੇਸ਼ਣ ਦੇ ਤੌਰ 'ਤੇ ਕਾਰਜ ਨਿਭਾ ਰਿਹਾ ਗਾ। ਇਸੇ ਤਰ੍ਹਾਂ ਹੀ ਜਿਵੇਂ ਆਪਾਂ ਕਹਿ ਦਈਏ ਆਪਣਾ ਲਿਖਿਆ ਲੇਖ, ਤਾਂ ਇਹ ਹੁਣ ਆਪਣੇ ਕੋਲ ਜਿਵੇਂ ਲਿਖਿਆ ਸ਼ਬਦ ਆ ਗਿਆ, ਇਹ ਵੀ ਇੱਕ ਵਿਸ਼ੇਸ਼ਣ ਦੇ ਤੌਰ 'ਤੇ ਇੱਥੇ ਵਰਤਿਆ ਹੋਇਆ ਗਾ। ਤਾਂ ਅਜਿਹੇ ਸ਼ਬਦਾਂ ਨੂੰ ਅਸੀਂ ਕਿਰਦੰਤ ਕਹਿ ਦਿੰਦੇ ਹਾਂ, ਜਿਹੜਾ ਹੋਵੇ ਕਿਰਿਆ ਸ਼ਬਦ ਪਰੰਤੂ ਉਹ ਨਾਮ ਜਾਂ ਵਿਸ਼ੇਸ਼ਣ ਜਾਂ ਕਿਰਿਆ ਵਿਸ਼ੇਸ਼ਣ ਦਾ ਕਾਰਜ ਨਿਭਾਵੇ। ਤਾਂ ਇਹ ਸੀ ਸਾਡੀ ਕਿਰਿਆ ਨਾਲ ਸੰਬੰਧਿਤ ਜਿਹੜੀ ਇਹ ਵੀਡੀਓ। ਅਤੇ ਜੇ ਵੀਡੀਓ ਚੰਗੀ ਲੱਗੇ ਤਾਂ ਜੀ ਲਾਈਕ ਕਮੈਂਟ ਕਰਕੇ ਦੱਸਿਓ, ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਇਸੇ ਤਰ੍ਹਾਂ ਦੀਆਂ ਜਿਹੜੀਆਂ ਹੋਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਥੈਂਕ ਯੂ ਜੀ, ਸ਼ੁਕਰੀਆ।